ਵਾਹਿਗੁਰੂ ਵਾਹਿਗੁਰੂ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੇ ਪ੍ਰਭੂ ਹਰ ਦਰਗਾਹ ਕਾ ਬਸੀਠਾ। ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਸਮਰੱਥ ਗੁਰੂ ਲੋਕ ਪਰਲੋਕ ਕੇ ਰੱਖਿਅਕ ਭਗਤ ਵਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਧੰਨ ਧੰਨ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ ਧੰਤਾ ਦੇ ਯੋਗ ਵਡਭਾਗੀ ਹੋ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਮਿਹਰ ਦਇਆ ਕੀਤੀ ਹੈ। ਮਹਾਰਾਜ ਜੀ ਨੇ ਸਮਾਂ ਸਵਾਸ ਬਖਸ਼ੇ ਹਨ। ਸੋ ਗੁਰੂ ਸਾਹਿਬ ਮਿਹਰ ਕਰੋ ਇਹ ਸਮਾਂ ਤੇ ਸਵਾਸ ਲੇਖੇ ਵਿੱਚ ਲੱਗ ਜਾਣ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਜਿਨ੍ਹਾਂ ਦਾ ਅੱਜ ਵਿਆਹ ਪੁਰਬ ਹੈ। ਸੋ ਇਸ ਸੰਬੰਧ ਵਿੱਚ ਮਹਾਰਾਜ ਜੀ ਦੀ ਅਸੀਂ ਸਿਫਤ ਸਲਾਹ ਕਥਾ ਵਿਚਾਰ ਰਾਹੀਂ ਮਹਾਰਾਜ ਜੀ ਤੋਂ ਸਰਵਨ ਕਰਾਂਗੇ। ਬਾਬੇ ਦਾ ਵਿਆਹ, ਇਸ ਸੰਬੰਧ ਵਿੱਚ ਥੋੜ੍ਹੀ ਜਿਹੀ ਭੂਮਿਕਾ, ਫਿਰ ਮਹਾਰਾਜ ਜੀ ਦੇ ਦਰਸ਼ਨ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇਸ ਧਰਤੀ 'ਤੇ ਅਵਤਾਰ ਲੈ ਕੇ ਆਏ 1469 ਈਸਵੀ ਨੂੰ, ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਜਿਹੜੀਆਂ ਧਾਰਮਿਕ ਰੀਤਾਂ ਸਨ, ਧਾਰਮਿਕ ਰੀਤ ਦੇ ਅਨੁਸਾਰ ਜੇ ਕਿਸੇ ਨੇ ਰੱਬ ਨੂੰ ਮਿਲਣਾ ਸੀ, ਰੱਬ ਨੂੰ ਪਾਉਣਾ ਸੀ, ਉਸ ਸਮੇਂ ਉਸ ਨੂੰ ਉਦਾਸੀ ਜਾਂ ਆਪਣਾ ਘਰ-ਬਾਰ ਛੱਡਣਾ ਪੈਂਦਾ ਸੀ, ਸੰਨਿਆਸੀ ਬਣਨਾ ਪੈਂਦਾ ਸੀ, ਜੋਗੀ ਬਣਨਾ ਪੈਂਦਾ ਸੀ, ਮਤਲਬ ਗ੍ਰਸਥ ਨੂੰ ਤਿਆਗਣਾ ਪੈਂਦਾ ਸੀ। ਗ੍ਰਸਥ ਨੂੰ ਛੱਡ ਕੇ ਪਹਾੜਾਂ ਵਿੱਚ ਜਾਓ, ਜੰਗਲਾਂ ਵਿੱਚ ਜਾਓ, ਉੱਥੇ ਤਪੱਸਿਆ ਕਰੋ, ਭੁੱਖੇ ਰਹੋ, ਅਤੇ ਫਿਰ ਉਸ ਪਰਮਾਤਮਾ ਨੂੰ ਤੁਸੀਂ ਸੰਸਾਰ ਤੋਂ ਦੂਰ ਹੋ ਕੇ ਫਿਰ ਪ੍ਰਾਪਤ ਕਰ ਸਕਦੇ ਹੋ। ਸੋ ਗੁਰੂ ਨਾਨਕ ਮਹਾਰਾਜ ਜੀ ਨੇ ਜਦੋਂ ਇਹ ਚੀਜ਼ ਦੇਖੀ ਵੀ ਜੇ ਸਾਰਾ ਸੰਸਾਰ ਹੀ ਜੋਗੀ ਬਣ ਗਿਆ ਜਾਂ ਗ੍ਰਸਥ ਧਾਰਨ ਨਾ ਕੀਤਾ
ਜਿਹੜੇ ਜੋਗੀ ਬਣਦੇ ਨੇ, ਸੰਨਿਆਸੀ ਬਣਦੇ ਨੇ, ਬ੍ਰਹਮਚਾਰੀ ਬਣਦੇ ਨੇ, ਉਹ ਵੀ ਕਿਸੇ ਦੀ ਔਲਾਦ ਹੁੰਦੀ ਹੈ। ਗ੍ਰਸਤੀਆਂ ਦੀ ਉਹ ਤਾਂ ਹੀ ਬਣ ਸਕਦੇ ਨੇ ਜੇ ਗ੍ਰਸਤੀ ਹੀ ਨਹੀਂ ਹੋਏਗਾ, ਔਲਾਦ ਹੀ ਨਹੀਂ ਹੋਏਗਾ। ਜੋਗੀ ਕਿੱਥੋਂ ਪੈਦਾ ਹੋਣਗੇ? ਬ੍ਰਹਮ ਗਿਆਨੀ ਕਿੱਥੋਂ ਪੈਦਾ ਹੋਣਗੇ? ਬ੍ਰਹਮਚਾਰੀ ਕਿੱਥੋਂ ਪੈਦਾ ਹੋਣਗੇ? ਇਹ ਤਾਂ ਫਿਰ ਕੋਈ ਵੀ ਪੈਦਾ ਨਹੀਂ ਹੋਏਗਾ। ਸਾਧੂ, ਸੰਤ, ਫਕੀਰ, ਮਹਾਂਪੁਰਖ, ਗੁਰੂ, ਸ਼ਹੀਦ ਜਿੰਨੇ ਵੀ ਪੈਦਾ ਹੁੰਦੇ ਨੇ ਰੱਬ ਨੂੰ ਮੰਨਣ ਵਾਲੇ, ਇਹ ਕੁੱਖ ਤੋਂ ਪੈਦਾ ਹੁੰਦੇ ਨੇ। ਤੇ ਜਿਹੜੇ ਕੁੱਖ ਤੋਂ ਪੈਦਾ ਹੁੰਦੇ ਨੇ ਉਹ ਗ੍ਰਸਤੀ ਜ਼ਰੂਰ ਹੁੰਦੇ ਨੇ। ਜਿਹੜਾ ਗ੍ਰਸਤੀ ਨਾ ਹੋਵੇ ਤੇ ਕੁੱਖ ਤੋਂ ਜੰਮੇ ਹੋਏ ਬੱਚੇ ਨੂੰ ਨਜਾਇਜ਼ ਕਿਹਾ ਜਾਂਦਾ। ਇਸ ਕਰਕੇ ਇੱਕ ਗ੍ਰਸਤੀਆਂ ਦੇ ਘਰ ਜੰਮੇ ਹੋਏ ਬੱਚੇ ਦੇ ਲਈ ਖੁਸ਼ੀਆਂ, ਸੱਧਰਾਂ, ਚਾਅ ਤੇ ਮਠਿਆਈਆਂ ਵੰਡੀਆਂ ਜਾਂਦੀਆਂ ਹਨ। ਗੁਰੂ ਨਾਨਕ ਮਹਾਰਾਜ ਜੀ ਨੇ ਗ੍ਰਸਤ ਨੂੰ ਪ੍ਰਧਾਨਤਾ ਦੇਣ ਦੇ ਲਈ, ਗ੍ਰਸਤ ਮਨੁੱਖ ਨੂੰ ਮਹਾਨ ਬਣਾਉਣ ਦੇ ਲਈ ਆਪ ਮਹਾਰਾਜ ਜੀ ਗ੍ਰਸਤੀ ਬਣੇ। ਗੁਰੂ ਮਹਾਰਾਜ ਜੀ ਨੇ ਆਪਣੇ ਬਚਨਾਂ ਵਿੱਚ ਇਹ ਆਖਿਆ, ਜੋਗੀਆਂ ਦੇ ਨਾਲ ਬੜੀ ਮਹਾਰਾਜ ਜੀ ਦੀ ਵਿਚਾਰ ਹੋਈ, ਸਿੱਧ ਗੋਸ਼ਟ ਹੋਈ। ਮਹਾਰਾਜ ਜੀ ਕਹਿੰਦੇ ਵੀ ਜੋਗੀਓ, ਕਿਉਂ ਛੱਡਦੇ ਹੋ ਘਰ? ਕਿਉਂ ਜਾਂਦੇ ਹੋ ਪਹਾੜਾਂ 'ਤੇ? ਕਿਉਂ ਜਾਂਦੇ ਹੋ ਜੰਗਲਾਂ ਦੇ ਵਿੱਚ? ਕਹਿੰਦੇ ਜੀ ਸੰਸਾਰ ਦੀ ਮਾਇਆ, ਸੰਸਾਰ ਦਾ ਮੋਹ ਸਾਨੂੰ ਤੰਗ ਕਰਦਾ ਹੈ। ਇਸ ਕਰਕੇ ਵਿਕਾਰ ਵਿਸ਼ੇ ਤੰਗ ਕਰਦੇ ਨੇ। ਇਸ ਕਰਕੇ ਅਸੀਂ ਘਰ ਨਹੀਂ ਛੱਡ ਦਈਦਾ, ਦੂਰ ਚਲੇ ਜਾਈਦਾ। ਮਹਾਰਾਜ ਜੀ ਕਹਿੰਦੇ ਵੀ ਇਸ ਤਰ੍ਹਾਂ ਮੋਹ ਨੂੰ ਤੇ ਛੱਡਿਆ ਨਹੀਂ ਜਾ ਸਕਦਾ। ਜੇ ਕੋਈ ਕਹੇ ਮੈਂ ਆਪਣਾ ਦੇਸ਼ ਛੱਡਣ ਦੇ ਨਾਲ ਦੇਸ਼ ਦਾ ਮੋਹ ਛੱਡ ਦੇਵਾਂਗਾ ਤੇ ਛੱਡਿਆ ਜਾ ਸਕਦਾ? ਜੇ ਕੋਈ ਕਹੇ ਮੈਂ ਆਪਣਾ ਦੇਸ਼ ਛੱਡ ਕੇ ਵਿਦੇਸ਼ ਚਲਾ ਗਿਆ, ਆਪਣੇ ਮਾਪਿਆਂ ਦਾ, ਆਪਣੇ ਧੀਆਂ ਪੁੱਤਰਾਂ ਦਾ, ਪਤੀ ਪਤਨੀ ਦਾ ਮੋਹ ਛੱਡਿਆ ਜਾ ਸਕਦਾ? ਕਦੀ ਵੀ ਨਹੀਂ। ਮਹਾਰਾਜ ਜੀ ਕਹਿੰਦੇ ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਗੁਰੂ ਮਹਾਰਾਜ ਜੀ ਕਹਿੰਦੇ ਵੀ ਸਿੱਧ ਜੋਗੀਓ, ਜਾਂ ਉਸ ਸਮੇਂ ਦੇ ਜਿਹੜੇ ਧਾਰਮਿਕ ਆਗੂ ਸੀ ਉਹਨਾਂ ਨੂੰ ਦੱਸ ਦਿੱਤਾ ਵੀ ਤੁਸੀਂ ਮਹਾਨਤਾ ਦਿੱਤੀ ਹੈ। ਜਿਵੇਂ ਸਾਡੇ ਸਿੱਖਾਂ ਦੇ ਵਿੱਚ ਗ੍ਰਸਤੀਆਂ ਨੂੰ ਮਹਾਨਤਾ, ਜਿਹੜੇ ਜੋਗੀ ਲੋਕ ਹੈ ਉਹਨਾਂ ਦੇ ਵਿੱਚ ਜਿਹੜੇ ਸ਼ਾਦੀ ਵਿਆਹ ਨਹੀਂ ਕਰਾਉਂਦੇ ਉਹਨਾਂ ਨੂੰ ਮਹਾਨਤਾ ਹੈ। ਇਸ ਕਰਕੇ ਗੁਰੂ ਨਾਨਕ ਦਾ ਜਿਹੜਾ ਪੰਥ ਹੈ ਇਸ ਨੂੰ ਬਹੁਤ ਮਹਾਨਤਾ ਦਿੱਤੀ ਗਈ ਹੈ। ਮਹਾਰਾਜ ਜੀ ਨੇ ਸਾਨੂੰ ਇੰਨੀ ਬਖਸ਼ਿਸ਼ ਕੀਤੀ ਹੈ ਵੀ ਹੱਸੰਦਿਆਂ, ਖੇਲੰਦਿਆਂ, ਪਹਿਨੰਦਿਆਂ, ਖਵੰਦਿਆਂ ਵਿੱਚੇ ਹੋਵੇ ਮੁਕਤ। ਬੰਦੇ ਦੇ ਮਨ ਵਿੱਚ ਕੋਈ ਇਹ ਚੀਜ਼ ਰਹਿ ਨਾ ਜਾਏ ਵੀ ਮੈਂ ਕਿਉਂ ਨਹੀਂ ਇਹ ਕੀਤੀ। ਜਦੋਂ ਕੋਈ ਗ੍ਰਸਤੀ ਬੰਦਾ ਗ੍ਰਸਤ ਧਾਰਨ ਕਰਦਾ ਉਹਨੂੰ ਸਾਰੀਆਂ ਹੀ ਚੀਜ਼ਾਂ ਦੇ ਵਿੱਚੋਂ ਲੰਘਣਾ ਪੈਂਦਾ। ਉਹਦੇ ਸਾਰੇ ਹੀ ਰਿਸ਼ਤੇ ਜਿਹੜੇ ਨੇ ਉਹ ਬਣਦੇ ਨੇ। ਜਿਸ ਦੀ ਵਿਆਹ ਸ਼ਾਦੀ ਨਾ ਹੋਇਆ ਹੋਵੇ ਉਹਦਾ ਰਿਸ਼ਤਾ ਕੀ ਬਣਨਾ? ਧਿਆਨ ਦੇਣਾ, ਉਹਦਾ ਕੋਈ ਵੀ ਰਿਸ਼ਤਾ ਨਹੀਂ ਬਣਨਾ। ਜਦੋਂ ਉਹਦੇ ਘਰ ਕੋਈ ਔਲਾਦ ਨਹੀਂ ਪੈਦਾ ਹੋਣੀ ਗ੍ਰਸਤੀ ਦੇ, ਉਹਦਾ ਰਿਸ਼ਤਾ ਕਿਵੇਂ ਬਣਨਾ? ਜੇ ਉਹਦਾ ਬੱਚਾ ਜੰਮੇਗਾ, ਭੂਆ, ਮਾਸੀ, ਚਾਚੀ, ਤਾਈ ਉਹੀ ਕਹੇਗਾ। ਜੇ ਕੋਈ ਬੱਚਾ ਹੀ ਨਾ ਹੋਇਆ ਤੇ ਭੂਆ, ਮਾਸੀ, ਚਾਚੀ, ਤਾਈ, ਦਾਦਾ, ਦਾਦੀ, ਨਾਨਾ, ਨਾਨੀ ਕੌਣ ਕਹੇਗਾ? ਕੋਈ ਵੀ ਰਿਸ਼ਤਾ ਅੱਗੇ ਤੁਰਨਾ ਨਹੀਂ। ਸੋ ਗੁਰੂ ਨਾਨਕ ਮਹਾਰਾਜ ਜੀ ਨੇ ਗ੍ਰਸਤ ਨੂੰ ਪ੍ਰਧਾਨ ਆਖਿਆ। ਮਹਾਰਾਜ ਜੀ ਨੇ ਜੋਗੀਆਂ ਨੂੰ ਕਿਹਾ, ਜੋਗੀਓ ਤੁਸੀਂ ਆਪਣਾ ਦੇਸ਼ ਛੱਡ ਸਕਦੇ ਹੋ, ਆਪਣਾ ਪਿੰਡ ਛੱਡ ਸਕਦੇ ਹੋ, ਆਪਣਾ ਸ਼ਹਿਰ ਛੱਡ ਸਕਦੇ ਹੋ। ਦੇਸ਼ ਛੋੜ ਪਰਦੇਸੇ ਧਾਇਆ, ਪੰਜ ਚੰਡਾਲੇ ਨਾਲੇ ਲੈ ਆਇਆ। ਜਿਹੜੇ ਪੰਜ ਚੰਡਾਲ ਨੇ ਤੁਹਾਡਾ ਪਿੱਛਾ ਨਹੀਂ ਛੱਡਣਗੇ। ਭਗਤਾਂ ਦੀ ਬਾਣੀ ਵੀ ਕਹਿੰਦੀ ਹੈ ਘਰ ਤੇ ਛੱਡਿਆ ਜਾ ਸਕਦਾ, ਘਰ ਦਾ ਮੋਹ ਕੌਣ ਛੱਡੇਗਾ? ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਗ੍ਰਹਿ ਤਜ, ਘਰ ਨੂੰ ਛੱਡ ਕੇ
ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਦਾ, ਅਜ ਹੋਂ ਵਿਕਾਰ ਨਾ ਛੋਡਈ, ਪਾਪੀ ਮਨ ਮੰਦਾ। ਕੀ ਪਹਾੜਾਂ ਦੇ ਵਿੱਚ ਜਾ ਕੇ, ਕੀ ਜੰਗਲਾਂ ਦੇ ਵਿੱਚ ਜਾ ਕੇ ਮਨ ਜਿਹੜਾ ਹੈ ਸੰਸਾਰ ਦੇ ਮੋਹ ਨੂੰ ਛੱਡ ਗਿਆ? ਜਿਹੜਾ ਪੇਟ ਹੈ ਇਹ ਤੇ ਹਰ ਵਕਤ ਭੁੱਖ ਕਰਕੇ ਖਾਣ ਨੂੰ ਕੋਈ ਚੀਜ਼ ਮੰਗਦਾ। ਜਦੋਂ ਪਹਾੜਾਂ ਵਿੱਚ ਗਏ ਤੇ ਜੰਗਲਾਂ ਦੇ ਵਿੱਚ ਬੈਠੇ ਉਹਨਾਂ ਤਪਸਵੀਆਂ ਨੂੰ, ਜੋਗੀਆਂ ਨੂੰ ਭੁੱਖ ਲੱਗਦੀ ਹੈ, ਉਹ ਆਪਣਾ ਠੋਠਾ ਲੈ ਕੇ ਆਪਣਾ ਪੇਟ ਭਰਨ ਦੇ ਲਈ ਮੰਗਣ ਕਿੱਥੇ ਜਾਂਦੇ ਨੇ? ਇਹ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਨੂੰ ਬਚਨ ਕਿਹਾ ਸੀ। ਕਹਿੰਦੇ ਤੁਸੀਂ ਗ੍ਰਸਤ ਨੂੰ ਮਾੜਾ ਕਹਿੰਦੇ ਹੋ ਤੇ ਫਿਰ ਆਪਣਾ ਪੇਟ ਭਰਨ ਦੇ ਲਈ, ਆਪਣੇ ਪੇਟ ਦੀ ਭੁੱਖ ਮਿਟਾਉਣ ਦੇ ਲਈ, ਤੁਸੀਂ ਖਾਣ ਦੇ ਲਈ, ਮੰਗਣ ਦੇ ਲਈ ਕਿੱਥੇ ਜਾਂਦੇ ਹੋ? ਗ੍ਰਸਤੀਆਂ ਦੇ ਘਰ। ਫਿਰ ਤੁਹਾਨੂੰ ਆਪਣਾ ਪੇਟ ਭਰਨ ਦੇ ਲਈ ਗ੍ਰਸਤੀਆਂ ਦੇ ਘਰ ਦੇ ਵਿੱਚੋਂ ਮੰਗਣ ਦੇ ਲਈ ਵੀ ਨਹੀਂ ਜਾਣਾ ਚਾਹੀਦਾ ਜੇ ਤੁਸੀਂ ਗ੍ਰਸਤੀਆਂ ਨਾਲ ਨਫ਼ਰਤ ਕਰਦੇ ਹੋ। ਇਸ ਕਰਕੇ ਗੁਰੂ ਨਾਨਕ ਮਹਾਰਾਜ ਜੀ ਨੇ ਇਹ ਚੀਜ਼ ਜਿਹੜੀ ਫੈਲ ਚੁੱਕੀ ਸੀ, ਇਹਨੂੰ ਮਿਟਾਉਣ ਦੇ ਲਈ ਆਪ ਫਿਰ ਗ੍ਰਸਤ ਧਾਰਨ ਕੀਤਾ, ਮਤਲਬ ਵਿਆਹ ਕੀਤਾ, ਸ਼ਾਦੀ ਕੀਤੀ। ਮਹਾਰਾਜ ਜੀ ਦੀ ਜਿਹੜੀ ਕੁੜਮਾਈ ਕਹਿੰਦੇ ਅਸੀਂ ਜ਼ਿਆਦਾ ਪਹਿਲਾਂ, ਹੁਣ ਸ਼ਗਨ ਦਾ ਨਾਂ ਦੇ ਦਿੱਤਾ। ਉਹ ਕੁੜਮਾਈ ਜਿਹੜੀ ਸੀ, ਕੁੜਮ ਕੁੜਮਾਈ ਆਇਆ ਬਾਣੀ ਵਿੱਚ ਲਿਖਿਆ, ਉਹ ਲਗਭਗ 17 ਕੁ ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੀ ਜਿਹੜੀ ਕੁੜਮਾਈ ਹੋ ਗਈ ਸੀ ਜਾਂ ਸ਼ਗਨ ਹੋ ਗਿਆ ਸੀ, ਉਹ ਹੋ ਚੁੱਕਾ ਸੀ। ਉਸ ਸਮੇਂ ਉਹ ਆਪਣੀ ਭੈਣ ਨਾਨਕੀ, ਜਿਹਨੂੰ ਬੇਬੇ ਨਾਨਕੀ ਜੀ ਅਸੀਂ ਕਹਿੰਦੇ ਹਾਂ, ਉਹਨਾਂ ਦੇ ਕੋਲ ਸੁਲਤਾਨਪੁਰ ਜਾ ਕੇ ਰਹਿੰਦੇ ਹੁੰਦੇ ਸਨ, ਕਿਉਂਕਿ ਉਹਨਾਂ ਦੇ ਪਿਤਾ ਦੀਆਂ ਜਿਹੜੀਆਂ ਝਿੜਕਾਂ ਸੀ, ਕਾਫੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ। ਇਸ ਕਰਕੇ ਉਹਨਾਂ ਦੀ ਭੈਣ ਜਿਹੜੀ ਸੀ ਉਹਨਾਂ ਨੂੰ ਨਾਲ ਹੀ ਲੈ ਗਈ ਸੀ ਜਦੋਂ 20 ਰੁਪਏ ਬਦਲੇ ਚਪੇੜਾਂ ਮਾਰੀਆਂ ਸਨ। ਅਤੇ ਉਹਨਾਂ ਦਾ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਭਾਈਆ ਸੀ, ਜੀਜਾ ਸੀ, ਉਹ ਕਾਫੀ ਪੜ੍ਹੇ ਲਿਖੇ ਸਨ, ਚੰਗੇ ਪਰਿਵਾਰ ਦੇ ਨਾਲ, ਜਿਹਨੂੰ ਅਸੀਂ ਪੰਜਾਬੀ ਵਿੱਚ ਖਾਂਦਾ ਪੀਂਦਾ ਪਰਿਵਾਰ ਕਹਿੰਦੇ ਹਾਂ, ਉਹਦੇ ਨਾਲ ਸੰਬੰਧ ਰੱਖਦੇ ਹੁੰਦੇ ਸਨ ਅਤੇ ਜੋਬ ਕਰਦੇ ਸੀ, ਮਤਲਬ ਨੌਕਰੀ ਕਰਦੇ ਸੀ ਨਵਾਬ ਦੌਲਤ ਖਾਨ ਦੇ ਮੋਦੀ ਖਾਨੀ ਦੇ ਵਿੱਚ। ਅਤੇ ਉਹਨਾਂ ਦੀ ਵਾਕਫੀਅਤ ਬਹੁਤ ਸੀ ਦੂਰ ਦੂਰ ਤੱਕ। ਜਿਹੜਾ ਬੰਦਾ ਕਿਸੇ ਚੰਗੀ ਪੋਸਟ 'ਤੇ ਹੋਵੇ ਉਹਦੀ ਵਾਕਫੀਅਤ ਬਹੁਤ ਹੁੰਦੀ ਹੈ, ਲੋਕਾਂ ਦਾ ਆਉਣਾ ਜਾਣਾ ਬਹੁਤ ਹੁੰਦਾ ਹੈ ਉਹਦੇ ਕੋਲ। ਇਸ ਕਰਕੇ ਭੈਣ ਜਿਹੜੀ ਹੈ ਆਪਣੇ ਵੀਰ ਨੂੰ ਆਪਣੇ ਨਾਲ ਉੱਥੇ ਲੈ ਕੇ ਚਲੀ ਜਾਂਦੀ ਹੈ। ਉੱਥੇ ਹੀ ਮੋਦੀ ਖਾਨੇ ਦੇ ਵਿੱਚ ਆਪਣੇ ਪਤੀ ਨੂੰ ਕਹਿ ਕੇ ਮਹਾਰਾਜ ਜੀ ਨੂੰ ਮੋਦੀ ਲਵਾ ਦਿੰਦੀ ਹੈ, ਮਤਲਬ ਨੌਕਰੀ ਦਵਾ ਦਿੰਦੀ ਹੈ। ਅਤੇ ਉੱਥੇ ਹੀ ਬੜੇ ਕੌਤਕ ਫਿਰ ਵਰਤਦੇ ਨੇ ਉਸ ਬਈ 'ਤੇ, ਜਿਸ ਨੂੰ ਅਸੀਂ ਆਹ ਬਈ ਜਿਹੜੀ ਜਾਂਦੀ ਹੈ ਸਾਡੇ ਲਾਗੇ ਸੁਲਤਾਨਪੁਰ ਲੋਧੀ ਵਾਲੀ, ਬੜੇ ਕੌਤਕ ਉੱਥੇ ਵਰਤਦੇ ਨੇ। ਸਰੋਹ ਵਿਚਾਰ ਗੁਰੂ ਨਾਨਕ ਮਹਾਰਾਜ ਜੀ ਉੱਥੇ ਨੌਕਰੀ ਕਰਦੇ ਨੇ, ਮਤਲਬ ਜੋਬ ਕਰਦੇ ਨੇ ਮੋਦੀ ਖਾਨੇ ਵਿੱਚ, ਮੋਦੀ ਬਣ ਗਏ। ਅਤੇ ਮਹਾਰਾਜ ਜੀ ਦੀ ਉਮਰ ਜਦੋਂ 17 ਸਾਲ ਦੀ ਹੋਈ ਅਤੇ ਇਹਨਾਂ ਦਾ ਰਿਸ਼ਤਾ, ਇਹਨਾਂ ਦੇ ਭਾਈਆ ਜੀ ਨੇ ਜਿਹੜੇ ਕਿ ਦੂਰ ਦੂਰ ਪਿੰਡਾਂ ਤੱਕ ਜਾਂਦੇ ਹੁੰਦੇ ਸਨ, ਕੰਮ ਕਾਜ ਦੇ ਸੰਬੰਧ ਵਿੱਚ, ਵਪਾਰ ਦੇ ਸੰਬੰਧ ਵਿੱਚ, ਬਟਾਲੇ, ਗੁਰਦਾਸਪੁਰ, ਬੇੜੀ ਦੁਆਰਾ ਦਰਿਆ ਲੰਘ ਗਏ। ਅਤੇ ਇਹਨਾਂ ਦੀ ਜਿਹੜੀ ਵਾਕਫੀਅਤ ਹੈ ਉਹ ਜਿਹੜੀ ਉਹ ਮੂਲ ਚੰਦ ਦੇ ਨਾਲ ਹੋ ਗਈ, ਮਤਲਬ ਗੁਰੂ ਨਾਨਕ ਮਹਾਰਾਜ ਜੀ ਦੇ ਜੋ ਸਹੁਰਾ ਸਾਹਿਬ ਬਣਨੇ ਸਨ। ਅਤੇ ਗੱਲਾਂ ਗੱਲਾਂ ਦੇ ਵਿੱਚ ਫਿਰ ਗੱਲ ਚੱਲ ਪਈ ਵੀ ਰਿਸ਼ਤੇ ਦੀ। ਉਹਨਾਂ ਦੀ ਧੀ ਸੀ ਬਹੁਤ ਹੀ ਸੁੰਦਰ, ਚੰਗੇ ਸੰਸਕਾਰਾਂ ਵਾਲੀ ਮਾਤਾ ਸੁਲੱਖਣੀ, ਔਰ ਇਹਨਾਂ ਨੇ ਉਸ ਬੇਟੀ ਧੀ ਨੂੰ, ਭੈਣ ਨੂੰ ਵੇਖ ਕੇ ਗੱਲਬਾਤ ਕੀਤੀ ਮਾਤਾ ਸੁਲੱਖਣੀ ਦੇ ਪਿਤਾ ਜੀ ਨਾਲ ਵੀ ਮੇਰਾ ਜਿਹੜਾ ਸਾਲਾ ਹੈ ਉਹ ਬਹੁਤ ਰੱਬ ਦੇ ਨਾਲ ਜੁੜਿਆ ਹੋਇਆ, ਬਹੁਤ ਹੀ ਇਮਾਨਦਾਰ, ਬਹੁਤ ਹੀ ਸਾਊ, ਬਹੁਤ ਹੀ ਚੰਗਾ। ਮੈਂ ਚਾਹੁੰਦਾ ਹਾਂ ਵੀ ਤੁਹਾਡੀ ਬੇਟੀ ਜਿਹੜੀ ਹੈ ਉਹ ਸਾਡੇ ਘਰ, ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਦੀ
ਬਹੂ ਬਣੇ, ਵਹੁਟੀ ਬਣੇ, ਮਤਲਬ ਉਹਦਾ ਵਿਆਹ ਹੋਵੇ ਸਾਡੇ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ, ਨਾਨਕ ਦੇ ਨਾਲ। ਉਹਨਾਂ ਨੇ ਹਾਂ ਕਰ ਦਿੱਤੀ। ਉਹ ਵੇਲੇ, ਪੁਰਾਣੇ ਵੇਲੇ, ਅੱਜ ਤੋਂ 40 ਜਾਂ 50 ਸਾਲ ਤੋਂ ਪਹਿਲਾਂ ਦੇ ਵੇਲੇ ਜਿਹੜੇ ਸੀ, ਉਸ ਵੇਲੇ ਜਦੋਂ ਸਾਕ ਕੀਤਾ ਜਾਂਦਾ ਸੀ, ਕਿਉਂਕਿ ਜਿਹੜੀ ਅਸੀਂ ਕਥਾ ਨਾਲ ਸੁਣਾਉਣੀ ਹੈ ਉਹਦੇ ਨਾਲ ਨਾਲ ਦੂਜੀਆਂ ਗੱਲਾਂ ਨੂੰ ਵੀ ਟੱਚ ਕਰਨਾ ਜਿਹੜੀਆਂ ਸਾਡੇ ਵਿੱਚ ਘਾਟਾਂ ਨੇ। ਇਕੱਲੀ ਅਸੀਂ ਮਤਲਬ ਸਟੋਰੀ ਸੁਣ ਕੇ ਘਰ ਨੂੰ ਜਾ ਕੇ ਵਾਹ ਵਾਹ ਨਹੀਂ ਕਰਨੀ। ਕੋਈ ਵੀ ਕਹਾਣੀ, ਕੋਈ ਵੀ ਕਥਾ, ਕੋਈ ਵੀ ਕਿਸੇ ਗੁਰੂ ਦਾ ਜੀਵਨ ਸਾਨੂੰ ਸਿੱਖਿਆ ਦਿੰਦਾ, ਸਿਧਾਂਤ ਨਾਲ ਜੋੜਦਾ। ਜੇ ਸਿੱਖਿਆ ਅਤੇ ਸਿਧਾਂਤ ਉਹਦੇ ਵਿੱਚੋਂ ਅਸੀਂ ਪ੍ਰਾਪਤ ਨਾ ਕੀਤਾ, ਫਿਰ ਉਹ ਕਥਾ ਜਾਂ ਕੋਈ ਵੀ ਵਿਚਾਰ ਦਾ ਫਾਇਦਾ ਨਹੀਂ। ਦੇਖਣਾ ਇਹ ਹੈ ਵੀ ਇਹਦੇ ਵਿੱਚੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ। ਉਸ ਸਮੇਂ ਜੋ ਰਿਸ਼ਤੇ ਜੁੜਦੇ ਸਨ, ਉਹ ਬਜ਼ੁਰਗ ਜਾਂ ਪੁਰੋਹਿਤ ਜਾਂ ਬ੍ਰਾਹਮਣ ਜਿਹੜੇ ਸੀ, ਘਰ ਦੇ ਵਡੇਰੇ ਵੱਡੇ ਜਿਹੜੇ, ਉਹ ਰਿਸ਼ਤੇ ਜਾ ਕੇ ਜੋੜ ਆਉਂਦੇ ਸਨ। ਔਰ ਕੋਈ ਵੀ ਲੜਕਾ ਲੜਕੀ ਇੱਕ ਦੂਸਰੇ ਨੂੰ ਦੇਖਦੇ ਨਹੀਂ ਸਨ। ਇੱਕ ਦੂਸਰੇ ਦੇ ਨਾਲ ਕੋਈ ਵੀ ਉਸ ਵੇਲੇ ਕੋਈ ਗੱਲਬਾਤ ਜਾਂ ਮਿਲਣਾ ਇਹ ਨਹੀਂ ਸੀ ਹੁੰਦਾ। ਵਿਆਹ ਤੋਂ ਬਾਅਦ ਹੀ ਰੰਗ ਰੂਪ ਦਾ, ਨੈਣ ਨਕਸ਼ ਦਾ ਪਤਾ ਲੱਗਦਾ ਸੀ। ਜੋ ਬਜ਼ੁਰਗਾਂ ਨੇ, ਪੁਰੋਹਿਤਾਂ ਨੇ, ਜੋ ਬ੍ਰਾਹਮਣਾਂ ਨੇ, ਜਾਂ ਜੋ ਵੀ ਕਿਸੇ ਦੇ ਧਰਮ ਦੇ ਵਿੱਚ ਸੀ, ਬਜ਼ੁਰਗਾਂ ਨੇ ਤੈਅ ਕਰ ਦਿੱਤਾ, ਉਸ ਨੂੰ ਸਤ ਕਰਕੇ ਮੰਨ ਲਿਆ ਜਾਂਦਾ ਸੀ ਉਹਨਾਂ ਵੇਲਿਆਂ ਦੇ ਵਿੱਚ। ਪਰ ਉਹ ਜਿਹੜੀ ਚੀਜ਼ ਹੈ ਅੱਜ ਦੇ ਵੇਲਿਆਂ ਦੇ ਵਿੱਚ ਨਹੀਂ ਹੈ। ਇਹ ਸਾਡੇ ਲਈ ਬਹੁਤ ਚਿੰਤਾ ਵਾਲੀ ਅਤੇ ਮਾੜੀ ਗੱਲ ਹੈ। ਇਹ ਚੀਜ਼ ਜਿਹੜੀ ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਕਿਉਂਕਿ ਗੁਰਮਤਿ ਸਾਨੂੰ ਇਜਾਜ਼ਤ ਨਹੀਂ ਦਿੰਦੀ। ਸੋ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਸਭ ਤੋਂ ਪਹਿਲਾਂ ਉਹਨਾਂ ਦੇ ਭਾਈਆ ਜੀ ਨੇ ਗੱਲ ਕੀਤੀ ਬੇਬੇ ਨਾਨਕੀ ਦੇ ਨਾਲ, ਅਤੇ ਬੇਬੇ ਨਾਨਕੀ ਬਹੁਤ ਖੁਸ਼ ਹੋਏ, ਬਹੁਤ ਜ਼ਿਆਦਾ ਖੁਸ਼ ਹੋਏ। ਰਿਸ਼ਤੇ ਦੀ ਗੱਲ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਏ। ਅਤੇ ਇਹ ਸੁਨੇਹਾ ਜਿਹੜਾ ਸੀ, ਇਹ ਫਿਰ ਤਲਵੰਡੀ ਮਤਲਬ ਗੁਰੂ ਨਾਨਕ ਮਹਾਰਾਜ ਜੀ ਦੇ ਪਿਤਾ ਨੂੰ ਅਤੇ ਮਾਤਾ ਨੂੰ ਘੱਲ ਦਿੱਤਾ ਗਿਆ ਵੀ ਇਸ ਤਰ੍ਹਾਂ ਕੋਈ ਸਾਕ ਹੈ, ਕੋਈ ਰਿਸ਼ਤਾ ਹੈ, ਬਹੁਤ ਸੁੰਦਰ ਚੰਗੇ ਸੰਸਕਾਰਾਂ ਵਾਲੀ ਧੀ ਲੜਕੀ ਹੈ, ਅਤੇ ਆਪਾਂ ਗੁਰੂ ਨਾਨਕ ਦਾ ਰਿਸ਼ਤਾ ਕਰਨ ਲੱਗੇ ਹਾਂ। ਇਹ ਗੱਲ ਨੂੰ ਸੁਣ ਕੇ ਘਰ ਵਾਲੇ ਬਹੁਤ ਖੁਸ਼ ਹੋਏ। ਸਾਹੇ ਦੀ ਚਿੱਠੀ ਸ਼ਗਨ ਹੋ ਗਿਆ, ਮਤਲਬ ਕੁੜਮਾਈ ਹੋ ਗਈ। ਸਾਹੇ ਦੀ ਚਿੱਠੀ ਲਿਖੀ ਗਈ, ਪ੍ਰੋਤ ਰਾਹੀਂ ਪਹੁੰਚਾਈ ਗਈ, ਸ਼ਗਨ ਵਿਹਾਰ ਕੀਤੇ ਗਏ। ਸੋ ਲਗਭਗ 1 ਸਾਲ ਬਾਅਦ, ਕੁੜਮਾਈ ਦੇ 1 ਸਾਲ ਬਾਅਦ, ਲਗਭਗ 18 ਸਾਲ ਦੀ ਉਮਰ ਜਿਹੜੀ ਹੈ, ਇਹ ਜ਼ਿਆਦਾ ਵਿਦਵਾਨਾਂ ਦੁਆਰਾ ਮੰਨੀ ਗਈ ਹੈ। ਬਾਬੇ ਨਾਨਕ ਦਾ ਵਿਆਹ ਕਿਸੇ ਨੇ 16 ਵਿੱਚ ਲਿਖਿਆ, 17 ਵਿੱਚ ਲਿਖਿਆ, ਪਰ ਜ਼ਿਆਦਾ ਲਿਖਿਆ ਗਿਆ 18 ਸਾਲ ਦੀ ਉਮਰ ਵਿੱਚ। ਗੁਰੂ ਨਾਨਕ ਮਹਾਰਾਜ ਜੀ ਦੇ ਵਿਆਹ ਦਾ ਜਿਹੜਾ ਉਮਰ ਜਾਂ ਸਮਾਂ, ਉਹ 18 ਸਾਲ ਦੀ ਉਮਰ ਦੇ ਵਿੱਚ ਇਹ ਹੋਇਆ। ਅਤੇ ਵਿਆਹ ਦੀ ਤਰੀਕ ਨਿਸ਼ਚਿਤ ਹੋ ਗਈ, ਸ਼ਗਨ ਵਿਹਾਰ ਕੀਤੇ ਗਏ। ਸਾਰੇ ਸੁਨੇਹੇ ਜਿਹੜੇ ਨੇ ਉਹ ਪਹਿਲਾਂ ਭੇਜੇ ਗਏ, ਆਪਣਾ ਤਲਵੰਡੀ ਭੇਜੇ ਗਏ। ਫਿਰ ਉਸ ਤੋਂ ਬਾਅਦ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੇ ਜੋ ਨਾਨਕੇ ਸਨ, ਉਹਨਾਂ ਦੇ ਨਾਨਾ ਜੀ ਰਾਮਾ ਜੀ, ਨਾਨੀ ਭਰਾਈ ਜੀ, ਮਾਮਾ ਕ੍ਰਿਸ਼ਨਾ ਜੀ, ਅਤੇ ਨਾਨਕਿਆਂ ਨੂੰ ਵੀ ਸਭ ਤੋਂ ਪਹਿਲਾਂ ਦੱਸਣਾ ਪੈਂਦਾ, ਸ਼ਰੀਕਾਂ ਨੂੰ ਵੀ ਦੱਸਣਾ ਪੈਂਦਾ। ਨਾਨਕੇ ਵੀ ਬੜੇ ਚਾਅ ਦੇ ਨਾਲ, ਸ਼ਰੀਕ ਵੀ ਉਹਨਾਂ ਦੇ ਚਾਚਾ ਲਾਲੋ ਜੀ, ਹੋਰ ਪਿੰਡ ਦੇ ਵਾਸੀ ਸਾਰੇ ਸ਼ਰੀਕ ਗੁਰੂ ਨਾਨਕ ਮਹਾਰਾਜ ਜੀ ਦੇ ਵਿਆਹ ਦੇ ਲਈ ਸੁਲਤਾਨਪੁਰ ਨੂੰ ਸਾਰੇ ਪਿੰਡ ਤੋਂ ਇਕੱਠੇ ਹੋ ਕੇ ਚਾਲੇ ਪਾ ਦਿੱਤੇ। ਇਹਦੀ ਖਬਰ ਜਿਹੜੀ ਸੀ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਬਹੁਤ ਪਿਆਰ ਕਰਨ ਵਾਲੇ ਰਾਏ ਬੁਲਾਰ ਨੂੰ ਵੀ ਦਿੱਤੀ ਗਈ। ਰਾਏ ਬੁਲਾਰ ਬਹੁਤ ਖੁਸ਼ ਹੋਏ ਔਰ ਉਹਨਾਂ ਨੇ ਕਲਿਆਣ ਦਾਸ ਨੂੰ ਕਿਹਾ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ
कोई तेनों घोड़े चाहिए ने, कोई रथ चाहिए है, कोई पैसा चाहिए, किसी भी चीज़ की जरूरत है, मेरे निरंकार मालक गुरु नानक पातशाह की शादी ब्याह है, जो भी चीज़ चाहिए है मेरे पासों लै जा, कोई संगना नहीं। पर मेहता कल्याण दास भी घरों सौखे सन, इस करके उन्होंने कहा बहुत कुछ है बलार जी, तुहाडी किरपा है, तुसी दर्शन देने हैं, तुसी भी ब्याह दे चलना। कहते जरूर। उन्होंने भी सदा दिता गया, बहुत ज़्यादा प्रेम सी उन्हों का, उन्होंने पछाण सी गुरु नानक पातशाह दी राय बुलार नूं। और राय बुलार ने अपने नाल भी अपने खास खास बहुत इज्जत मान वाले सत्कार वाले नाल जिहड़े उन्होंने सलाह कर कह दिए, उन्होंने नाल मिलवर्तन वाले भाई, उन्होंने भी नाल लैके घोड़ियां दे उपर, रथां दे उपर, हाथी तक भी ना लैके ये सुल्तानपुर जिहड़े सारे जाने पहुँच गए। उत्थे सारियां ने इकट्ठ किया, गुरु नानक महाराज जी दे नानके भी, गुरु नानक महाराज जी दे दादके शरीक भी, क्योंकि जंज जड़ी सी वो सुल्तानपुरों चढ़नी सी। उत्थे सारे जाने इकट्ठे हो गए और इकट्ठे होने तो बाद उत्थे बहुत ज़्यादा, क्योंकि ये जी साखी असी पढ़ते हैं ये बहुत लंबी है, सारा कुछ लिखा गया। तो जो सुल्तानपुर सारिया संगत पहुँचियाँ, दूर दूर तो सदे दिते, बहुत वड्डा इकट्ठ होया, क्योंकि गुरु नानक महाराज का विआह, उत्थे विआह वाला माहौल जिहड़ा सानू पता है, जिस घर विच विआह होवे कितनी रौनक होंदी है, मठियाइयाँ बनदियां हन, शगनां दे गीत गाए जाते हैं, तो सारे रिश्तेदार जुड़ते हैं, तो बहुत ज़्यादा रौनक जिहड़ी सी वो भाईया जयराम के घर दे विच हो गई, बहुत ज़्यादा इकट्ठ हो गया, बहुत सोहना लगता सी। तो कहते भी साल पूरा बीत गया सी महाराज जी की उस कुड़माई नूं, ते 1 साल बाद हुण सारी बरात जिहड़ी है वो सुल्तानपुर तो हो चलनी है। उत्थे सारे जाने इकट्ठे हो गए, तो इधर दौलत खान नवाब नूं भी सद्दा पत्र भेजे गए, तो दौलत खान ने भी बहुत ज़्यादा अपने नाल दे कह दईए, अपने सलाहकार कह दईए, अपने नाल मिलवर्तन वाले उन्होंने भी भेजा भी सारे जाके बरात की रौनक नूं वधाओ। दौलत खां वालों भी, राय बुलार वालों भी, नानकियां वालों भी, दादकियां वालों भी सारा जिहड़ा इकट्ठ होया। उस तो बाद क्योंकि गुरु नानक महाराज जी एक पीर सन, फकीर सन, उन्हां दे नाल बहुत रब दे बंदे जुड़े हुए सन। उन्हां दे विच वो भी सन जिन्हां दे नाल लोग नफरत करते सी, शूदर जिन्हां नूं कहंदे सी, नीवीं जात वाले कहंदे सी। गुरु नानक महाराज जी दे सद्दे ते वो भी फकीर सारे आए, भावें उन्हां दे कोल जिवें दा मर्जी पहरावा सी, महाराज जी ने सारियां नूं ही सदा दे दिता, सारियां नूं ही बुला लिया। सो मूल चंद दे बेटी दे नाल गुरु नानक महाराज जी की शादी है, और हुण बरात ने चाले पा दिते, बरात ने चाले पा दिते। सुल्तानपुर तो चली है, बई नूं पार किया मलाह दे द्वारा, क्योंकि जिद्दां आ जिहड़ी बई जाती है साडे लागे सुल्तानपुर बई है, उदों पुल नहीं सन होंदे, सड़कां नहीं सन बणियां, तो उदों बेड़े दे उपर ही सारा कुछ, बड़े बड़े बेड़े सी, मलाह ही लगाउंदे हुंदे सन। हुण तक 87 88 तक 90 तक साडे भी ब्यास दरिया ते बेड़ियां ते ही लंघदे रहे हैं, जदों तक पुल नहीं सी बनिया, बेड़े ही चलते सन हुण तक। ते मलाहां द्वारा सारियां संगतां नूं, सारी बरात नूं पहला बई नदी पार करवाई, और फिर बरातां जिहड़ियां सी वो राह दे विच भी स्टे करदियां सन। कई बार रात पै जानी तो उत्थे भी किते रह लेना, जे दूर का सफ़र होना, जे कईयां दी बरात जंज दूर जानी तो जिथे हनेरा पै जाना उत्थे ही उस पिंड रह लेना, तो जिथे जाके बरात उतरदी सी जां जिथे ढका हुंदा सी
ਢਕਾ ਵਾਲੀ ਜਗ੍ਹਾ 'ਤੇ ਵੀ ਲਗਭਗ ਉਸ ਸਮੇਂ 3-3 ਦਿਨ ਰਾਤ ਜਿਹੜੀ ਬਰਾਤ ਰਹਿੰਦੀ ਹੁੰਦੀ ਸੀ। ਬਾਅਦ ਵਿੱਚ 2 ਰਾਤਾਂ ਹੋ ਗਈਆਂ, ਬਾਅਦ ਵਿੱਚ 1 ਰਾਤ ਹੋ ਗਈ, ਠੀਕ ਹੈ ਜੀ। ਬਾਅਦ ਵਿੱਚ ਪੂਰਾ ਦਿਨ ਹੋ ਗਈ, ਹੁਣ 2-2 4-4 ਘੰਟੇ ਦੀ ਬਰਾਤ ਹੋ ਗਈ। ਬਸ ਜਿਉਂ-ਜਿਉਂ ਸਮਾਂ ਬਦਲਦਾ ਗਿਆ, ਰੀਤੀ ਰਿਵਾਜ ਵੀ ਸਾਰੇ ਬਦਲਦੇ ਗਏ। ਸੋ ਪਹਿਲਾਂ ਲੋਕਾਂ ਕੋਲ ਵਕਤ ਹੁੰਦਾ ਸੀ, ਚਾਅ ਹੁੰਦਾ ਸੀ। ਹੁਣ ਚਾਅ ਨਹੀਂ ਹੁੰਦੇ, ਫਾਰਮੈਲਿਟੀਆਂ ਹੁੰਦੀਆਂ ਨੇ, ਕਿਉਂਕਿ ਲੋਕਾਂ ਦੇ ਵਿੱਚ ਪਿਆਰ ਨਹੀਂ ਰਿਹਾ। ਅੱਗੇ ਲੋਕ ਉਡੀਕ ਕਰਦੇ ਸਨ, ਸਾਡੇ ਰਿਸ਼ਤੇਦਾਰ ਦੇ ਵਿਆਹ ਹੈ, ਪਹਿਲਾਂ ਹੀ 4 ਦਿਨ ਉੱਥੇ ਜਾ ਕੇ ਬਹਿ ਜਾਣਾ। ਹੁਣ ਕਿੱਦਾਂ ਜਾਈਦਾ? ਮੈਂ ਵੀ ਤੇ ਤੁਸੀਂ ਘਰੋਂ ਹੀ ਗੱਡੀ ਕੱਢ ਕੇ ਸਿੱਧਾ ਪੈਲਸ। ਘਰ ਨੂੰ ਜਿਸ ਘਰ ਦੇ ਵਿੱਚ ਵਿਹੜੇ ਦੇ ਵਿੱਚ ਧੀ ਵਿਆਹ ਕੇ ਜਾਣੀ, ਉਸ ਵਿਹੜੇ ਨੂੰ ਨਹੀਂ ਪਤਾ ਹੁੰਦਾ ਵੀ ਵਿਆਹ, ਸਿਰਫ ਖਰੀਦੋ ਫਰੋਖਤ ਤੱਕ ਹੁੰਦਾ। ਹਾਂ, ਜੇ ਸਾਡੇ ਸਿੱਖਾਂ ਦੇ ਵਿੱਚ ਸ੍ਰੀ ਅਖੰਡ ਪਾਠ ਰੱਖਿਆ ਜਾਂਦਾ, ਫਿਰ ਤਾਂ ਥੋੜ੍ਹੀ ਜਿਹੀ ਰੌਣਕ ਲੱਗ ਜਾਂਦੀ ਹੈ। ਉਹ ਵੀ ਚੀਜ਼ ਜਿਹੜੀ ਹੈ ਸ੍ਰੀ ਸੁਖਮਨੀ ਸਾਹਿਬ 'ਤੇ ਆ ਗਈ ਹੈ। 2 ਘੰਟੇ ਦੇ ਵਿੱਚ ਕੰਮ ਨਿਬੇੜ ਕੇ ਅਤੇ ਛੇਤੀ ਜਿਹੜਾ ਉਹ ਮੁਕਾ ਦਿੱਤਾ ਜਾਂਦਾ। ਦੇਖੋ, ਜਿਸ ਅਸੀਂ ਧੀ ਪੁੱਤ ਦੇ ਵਿਆਹ ਦੀ ਬੜੇ ਚਾਅ ਅਤੇ ਸੱਧਰਾਂ ਦੇ ਨਾਲ ਸਾਰੀ ਜ਼ਿੰਦਗੀ ਉਡੀਕ ਕਰਦੇ ਹਾਂ। ਇੱਕ ਸ਼ਾਦੀ ਵਿਆਹ ਜ਼ਿੰਦਗੀ ਵਿੱਚ ਇੱਕੋ ਵਾਰੀ ਹੋਣਾ ਹੁੰਦਾ ਨਾ, ਇੱਕੋ ਵਾਰੀ ਹੋਣਾ ਹੁੰਦਾ। ਉਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਗੁਰਮਤਿ ਦੇ ਅਨੁਸਾਰ ਬਾਕੀ ਰੀਝਾਂ ਚਾਵਾਂ ਦੇ ਨਾਲ ਮਨਾਉਣਾ ਚਾਹੀਦਾ, ਫਾਹਾ ਨਹੀਂ ਨਿਬੇੜਨਾ ਚਾਹੀਦਾ। ਇਸ ਕਰਕੇ ਸਾਨੂੰ ਸਿਖਾਇਆ ਗਿਆ, ਸਾਨੂੰ ਉਹ ਪਰੰਪਰਾ ਜਿਹੜੀ ਰੀਤੀ ਰਿਵਾਜ, ਉਹ ਇੱਕ ਪ੍ਰੇਮ ਮਿਲਾਪ ਦਾ ਸੰਦੇਸ਼ ਦਿੰਦੇ ਸਨ ਵੀ ਲੋਕਾਂ ਦੇ ਵਿੱਚ ਇਤਫਾਕ ਬਹੁਤ ਸੀ, ਪਿਆਰ ਬਹੁਤ ਸੀ। ਇੱਕ ਦੂਜੇ ਦੇ ਘਰਾਂ ਦੇ ਵਿੱਚ ਜਾ ਕੇ ਕਈ ਦਿਨ ਜਿਹੜੇ ਨੇ ਹਫ਼ਤਾ ਰਹਿ ਕੇ ਵਿਆਹ ਖਾ ਕੇ ਕਹਿੰਦੇ ਫਿਰ ਘਰ ਨੂੰ ਵਾਪਸ ਆਉਂਦੇ ਸਨ। ਬਾਬੇ ਦਾ ਵਿਆਹ, ਫਿਰ ਘਰ ਨੂੰ ਮੁੜਦੇ ਸਨ ਅਤੇ ਸ਼ਗਨਾਂ ਦੇ ਨਾਲ ਜਾਂਦੇ ਸਨ ਅਤੇ ਸ਼ਗਨ ਵਿਹਾਰ ਦੇ ਨਾਲ ਉਹਨਾਂ ਨੂੰ ਵਾਪਸ ਤੋਰਿਆ ਜਾਂਦਾ ਸੀ। ਅਤੇ ਫਿਰ ਆ ਕੇ ਜੋ ਵੀ ਉਹਨਾਂ ਨੇ ਸ਼ਗਨ ਵਿਹਾਰ ਆ ਕੇ ਆਪਣੇ ਪਿੰਡ ਆ ਕੇ ਕਰਨੇ। ਜੇ ਨਾਨਕਿਆਂ ਨੇ ਆਪਣੇ ਭਾਣਜੇ ਭਾਣਜੀ ਦਾ ਵਿਆਹ ਕਰਨਾ ਤਾਂ ਉਹਨਾਂ ਨੇ ਜਾ ਕੇ ਸਾਰੇ ਪਿੰਡ ਦੇ ਵਿੱਚ ਮਠਿਆਈਆਂ ਵੰਡਣੀਆਂ, ਜਾਂ ਸਾਰੇ ਮਹੱਲੇ ਵਿੱਚ ਪਿੰਡ ਵਿੱਚ ਬੜੇ ਰਿਵਾਜ ਹੁੰਦੇ ਸਨ। ਕੋਈ ਕਿਸੇ ਦਾ ਵਿਆਹ ਕਰਕੇ ਆਉਂਦਾ ਸੀ ਅਤੇ ਮਹੱਲੇ ਦੇ ਵਿੱਚ ਮਠਿਆਈ ਵੰਡਣੀ, ਗੁਸਤਾਖੀ ਮਾਫ਼, ਇਸ ਤਰ੍ਹਾਂ ਚੱਲਦਾ ਸੀ। ਇਹ ਵੀ ਨਾਲ ਗੱਲਾਂ ਬਹੁਤ ਜ਼ਰੂਰੀ ਨੇ। ਹੁਣ ਕੀ ਹੈ? ਹੁਣ ਡੱਬਾ ਦੇ ਦਿੱਤਾ ਜਾਂਦਾ ਇੱਕ, ਜਿਹਦੇ ਵਿੱਚ 13 ਪੀਸ ਹੁੰਦੇ ਨੇ, ਗੁਸਤਾਖੀ ਮਾਫ਼। ਉਹਦੇ ਟੱਬਰ ਨੂੰ ਨਹੀਂ ਪੂਰੇ ਆਉਂਦੇ ਅਤੇ ਗੁਆਂਢੀਆਂ ਨੂੰ ਕੋਈ ਕਿੱਦਾਂ ਵੰਡੇਗਾ? ਅੱਗੇ ਘਰਾਂ ਦੇ ਵਿੱਚ ਹਲਵਾਈ ਬਿਠਾਏ ਜਾਂਦੇ ਸੀ, 4-4 ਦਿਨ ਪਹਿਲਾਂ ਮਠਿਆਈਆਂ ਬਣਾਈਆਂ ਜਾਂਦੀਆਂ ਸੀ ਅਤੇ ਭਾਜੀ ਜਿਹੜੀ ਹੈ ਚੋਖੀ, ਬਾਹਲੀ, ਖਾਸੀ ਜ਼ਿਆਦਾ ਉਹ ਦਿੱਤੀ ਜਾਂਦੀ ਸੀ ਨਾਨਕੇ ਪਰਿਵਾਰ ਨੂੰ, ਨਾਨਕਿਆਂ ਦੇ ਹਿਸਾਬ ਨਾਲ ਵੀ ਇਹਨਾਂ ਨੇ ਜਾ ਕੇ ਸਾਰੇ ਮਹੱਲੇ ਵਿੱਚ ਸ਼ਰੀਕੇ ਵਿੱਚ ਵਧਾਈਆਂ ਲੈਣੀਆਂ ਨੇ, ਵੰਡਣੀ ਹੈ। ਪਰ ਅੱਜ ਪੈਲਸ ਦੇ ਦਰਵਾਜ਼ੇ ਤੋਂ ਬਾਹਰ ਨਿਕਲੀਦਾ ਅਤੇ ਡੱਬੀ ਜੀ ਫੜਾ ਦਿੰਦੇ ਨੇ, 15 ਪੀਸ ਹੁੰਦੇ ਨੇ ਉਹਦੇ ਵਿੱਚ, ਅਤੇ ਉਹ ਕੌਣ ਖਾਏ ਅਤੇ ਕੌਣ ਨਾ ਖਾਏ। ਡੱਬੇ ਵੀ ਸਪੈਸ਼ਲ ਬਣ ਗਏ ਨੇ। ਤੋ ਗੁਰੂ ਨਾਨਕ ਮਹਾਰਾਜ ਜੀ ਦੀ ਜਿਹੜੀ ਬਰਾਤ ਜੰਝ ਹੈ ਉਹ ਸੁਲਤਾਨਪੁਰ ਨੂੰ ਚੱਲੀ ਹੈ, ਬਈ ਪਾਰ ਕੀਤੀ ਹੈ। ਫਿਰ ਅੱਗੇ ਬਿਆਸਾ ਦਰਿਆ ਆ ਗਿਆ, ਉਹਨੂੰ ਵੀ ਮਲਾਹਾਂ ਦੀ ਮਦਦ ਦੇ ਨਾਲ ਬੇੜੇ 'ਤੇ ਚੜ੍ਹ ਕੇ ਪਾਰ ਕੀਤਾ। ਪਾਰ ਕਰਕੇ ਫਿਰ ਸਾਰੀ ਹੀ ਬਰਾਤ ਜਿਹੜੀ ਹੈ ਉਹ ਪਹੁੰਚ ਜਾਂਦੀ ਹੈ ਉਸ ਮੂਲ ਚੰਦ ਦੇ ਪਿੰਡ, ਜਿੱਥੇ ਗੁਰਦੁਆਰਾ ਡੇਰਾ ਸਾਹਿਬ ਹੈ। ਉੱਥੇ ਬਟਾਲੇ ਦੇ ਵਿੱਚ ਇਹ ਬਰਾਤ ਦਾ ਉਤਾਰਾ ਹੁੰਦਾ ਹੈ ਅਤੇ ਲਾਗੀ ਕਹਿ ਸਕਦੇ ਹਾਂ ਅਸੀਂ, ਪ੍ਰੋਤ ਕਹਿ ਸਕਦੇ ਹਾਂ ਅਸੀਂ, ਵਿਚੋਲਾ ਕਹਿ ਸਕਦੇ ਹਾਂ ਅਸੀਂ। ਉਹ ਜਾ ਕੇ ਫਿਰ ਮੂਲ ਚੰਦ ਨੂੰ ਜਾ ਕੇ ਸੁਨੇਹਾ ਦਿੰਦਾ ਵੀ, ਕਹਿੰਦਾ ਵੀ ਬਰਾਤ ਪਹੁੰਚ ਗਈ ਹੈ। ਮੂਲ ਚੰਦ ਜਿਹੜਾ ਮੈਸੇਜ ਲੈ ਕੇ ਆਇਆ ਹੁੰਦਾ ਉਸ ਦੀ ਬੜੀ ਇੱਜ਼ਤ ਕਰਦਾ, ਬੜਾ ਸਤਿਕਾਰ ਕਰਦਾ। ਅਤੇ ਫਿਰ ਉਹ ਕਹਿੰਦਾ ਵੀ ਅਸੀਂ ਬਿਲਕੁਲ ਤਿਆਰੀ ਕਰਦੇ ਹਾਂ, ਅਤੇ ਜਿੱਥੇ ਬਰਾਤ ਉਤਰਦੀ ਹੈ ਅਤੇ ਫਿਰ ਉੱਥੇ ਸਾਰੇ ਹੀ ਪ੍ਰਬੰਧ ਮੁਕੰਮਲ ਕੀਤੇ ਜਾਂਦੇ ਹਨ। ਇਸ਼ਨਾਨ ਕਰਨ ਦੇ ਪ੍ਰਬੰਧ, ਕਿਉਂਕਿ ਉਸ ਵੇਲੇ ਜਿੱਥੇ ਖੂਹ ਹੁੰਦੇ ਸਨ, ਜਿੱਥੇ ਕੋਈ ਜਗ੍ਹਾ ਖੁੱਲ੍ਹੀ ਹੁੰਦੀ ਸੀ, ਉੱਥੇ ਬਰਾਤ ਉਤਰਦੀ ਹੁੰਦੀ ਸੀ। ਆਮ ਕਰਕੇ ਸਾਡੇ ਪਿੰਡਾਂ ਦੇ ਵਿੱਚ ਜੰਝ ਘਰ ਬਣੇ ਹੁੰਦੇ ਸਨ ਪੁਰਾਣੇ ਸਮਿਆਂ ਦੇ ਵਿੱਚ। ਹੁਣ ਜੰਝ ਘਰ ਹੁਣ ਬਦਲ ਕੇ ਕੁਝ ਹੋਰ ਚੀਜ਼ਾਂ ਬਣ ਚੁੱਕੀਆਂ ਨੇ। ਹੁਣ ਜੰਝਾਂ ਜਿਹੜੀਆਂ ਨੇ ਉਹ ਜੰਝਾਂ ਘਰਾਂ ਦੇ ਵਿੱਚ ਨਹੀਂ ਜਾਂਦੀਆਂ,
ਉਹ ਪੈਲਸਾਂ ਦੇ ਵਿੱਚ ਜਾਂਦੀਆਂ ਨੇ। ਇਸ ਕਰਕੇ ਜੰਝ ਘਰ ਬਣੇ ਹੁੰਦੇ ਸਨ ਅਤੇ ਜੰਝ ਘਰ ਦੇ ਵਿੱਚ ਜਾਂ ਕੋਈ ਖੁੱਲ੍ਹੀ ਜਗ੍ਹਾ, ਕੋਈ ਹਵੇਲੀ, ਉੱਥੇ ਟਿਕਾ ਕੀਤਾ ਜਾਂਦਾ ਸੀ, ਉਸੇ ਵਿਸ਼ਰਾਮ ਕੀਤਾ ਜਾਂਦਾ ਸੀ। ਸੋ ਗੁਰੂ ਨਾਨਕ ਮਹਾਰਾਜ ਜੀ ਦੀ ਜਿਹੜੀ ਬਰਾਤ ਹੈ ਗੁਰਦੁਆਰਾ ਡੇਰਾ ਸਾਹਿਬ, ਉੱਥੇ ਉਹਦਾ ਉਤਾਰਾ ਹੋਇਆ। ਸਾਰੀ ਬਰਾਤ, ਸਾਰੇ ਜਾਂਝੀ ਜਿਹੜੀ ਸੀ, ਉੱਥੇ ਉਹਨਾਂ ਨੇ ਵਿਸ਼ਰਾਮ ਕੀਤਾ, ਆਰਾਮ ਕੀਤਾ। ਉਹਨਾਂ ਦੀ ਸੇਵਾ ਦਾ ਪੂਰਾ ਖਿਆਲ ਰੱਖਿਆ ਗਿਆ, ਪੂਰਾ ਖਿਆਲ ਰੱਖਿਆ ਗਿਆ। ਇਸ਼ਨਾਨ ਪਾਣੀ ਕੀਤਾ ਅਤੇ ਜਿਵੇਂ ਪਹਿਲਾਂ ਬੇਨਤੀ ਕਰ ਚੁੱਕਾ, ਫਿਰ ਰਾਤ ਲੰਘੀ, ਫਿਰ ਅੰਮ੍ਰਿਤ ਵੇਲਾ ਹੋਇਆ। ਫਿਰ ਜਿਵੇਂ ਅੱਜ ਦੇ ਜ਼ਮਾਨੇ ਵਿੱਚ ਅਸੀਂ ਅੰਮ੍ਰਿਤ ਵੇਲੇ ਜਾਂ ਸਵੇਰੇ ਸਵੇਰੇ ਚਾਹ ਪੀਂਦੇ ਹਾਂ, ਉਸ ਸਮੇਂ ਵੀ ਰਿਵਾਜ਼ ਸੀ ਕੋਈ ਲੱਸੀ ਪੀਵੇ, ਕੋਈ ਦੁੱਧ ਪੀਵੇ, ਕੋਈ ਮੱਖਣ ਖਾਏ, ਕੋਈ ਘਿਓ ਛਕੇ, ਕੋਈ ਕੁਝ ਖਾਏ। ਇਹ ਸਾਰਾ ਪ੍ਰਬੰਧ ਜਿਹੜਾ ਸੀ ਇਹ ਲੋਕ ਆਪ ਹੀ ਕਰਦੇ ਹੁੰਦੇ ਸਨ। ਅੱਗੇ ਜਿਹੜੇ ਉਹ ਜ਼ਿਆਦਾ ਕਰਕੇ ਕੋਈ ਜਿਹੜੇ ਵਰਤਾਉਣ ਵਾਲੇ, ਕੋਈ ਬਹਿਰੇ ਕੁੱਕ ਜ਼ਿਆਦਾ ਨਹੀਂ ਸਨ ਹੁੰਦੇ, ਆਪ ਹੀ ਜ਼ਿਆਦਾ ਖਾਣਾ ਬਣਾਇਆ ਜਾਂਦਾ ਸੀ, ਆਪ ਹੀ ਸਭ ਕੁਛ ਤਿਆਰ ਕੀਤਾ ਜਾਂਦਾ ਸੀ। ਸੋ ਇਹ ਸਾਰੀ ਜਿਹੜੀ ਬਰਾਤ ਦੀ ਸੇਵਾ ਜਿਹੜੀ ਹੈ ਉਹ ਫਿਰ ਕੀਤੀ ਗਈ ਲਗਭਗ 3 ਰਾਤਾਂ। ਬਰਾਤ ਉੱਥੇ ਰਹੀ। ਦੇਖੋ ਕਿੰਨਾ ਸਤਿਕਾਰ, ਕਿੰਨਾ ਪਿਆਰ, ਕਿੰਨਾ ਮਿਲਵਰਤਨ, ਕਿੰਨਾ ਸੋਹਣਾ ਉਹ ਸਮਾਂ ਹੋਏਗਾ ਜਦੋਂ ਇਹ ਜਿਹੜੇ ਰਿਵਾਜ਼ ਚੱਲਦੇ ਸਨ। ਸੋ ਇਹ ਰਿਵਾਜ਼ ਜਿਹੜੇ ਸਨ, ਇਹਨੂੰ ਇਹ ਵੀ ਨਾ ਕੋਈ ਦੂਜਾ ਮਤਲਬ ਕੱਢ ਲਏ, ਕਿਉਂਕਿ ਲੋਕ 2 ਮਤਲਬ ਕੱਢਦੇ ਨੇ ਜਦੋਂ ਕੋਈ ਵੀ ਚੀਜ਼ ਅਸੀਂ ਬੋਲੀ ਦੀ ਹੈ। ਵੀ ਜਿਵੇਂ ਲੋਕ ਕਹਿ ਸਕਦੇ ਨੇ ਅੱਜ ਕੱਲ੍ਹ ਦੇ 3 ਘੰਟੇ ਬਰਾਤ ਨੂੰ ਸਾਂਭਣਾ ਔਖਾ ਹੈ, ਅਤੇ ਅੱਗੇ 3-3 ਦਿਨ ਜਿਹੜਾ ਵੀ ਤਾਂ ਬੋਝ ਹੀ ਸੀ, ਕਹਿ ਸਕਦੇ ਨੇ ਲੋਕ ਵੀ 3 ਘੰਟੇ 'ਚ ਬੁਰਾ ਹਾਲ ਹੋ ਜਾਂਦਾ ਸਾਂਭਣ ਲੱਗਿਆ, ਅਤੇ 3 ਦਿਨ ਜਿਹੜੀ ਰਹਿੰਦੀ ਸੀ ਉਹ ਨਹੀਂ ਬੋਝ ਪਾਉਂਦੇ ਸੀ ਉਹਨਾਂ ਦੇ ਜਾ ਕੇ। ਨਹੀਂ, ਉਦੋਂ ਕੁਝ ਡਿਮਾਂਡਸ ਨਹੀਂ ਸੀ ਹੁੰਦੀਆਂ, ਉਦੋਂ ਕੁਝ ਮਜਾਜਾਂ ਨਹੀਂ ਸੀ ਹੁੰਦੀਆਂ, ਉਦੋਂ ਕੁਝ ਮੰਗਾਂ ਨਹੀਂ ਸੀ ਹੁੰਦੀਆਂ ਵੀ ਇੰਝ ਕਰੋ ਉਂਝ ਕਰੋ। ਬਸ ਜੋ ਸਿੰਪਲ ਜੀ ਸਾਦਗੀ ਵਾਲੀ ਚੀਜ਼ ਜਿਹੜੀ ਹੋਣੀ, ਉਹਦੇ ਨਾਲ ਹੀ, ਜਾਂ ਕਹਿ ਦਈਏ ਵੀ ਫਾਲਤੂ ਖਰਚ ਨਹੀਂ ਸੀ ਹੁੰਦਾ। ਫਾਲਤੂ ਖਰਚ ਕਰਜ਼ਾਈ ਸਾਨੂੰ ਕੌਣ ਕਰਦਾ? ਸਾਡਾ ਫਾਲਤੂ ਖਰਚ। ਸਾਡੇ ਵਿਆਹਾਂ ਦੇ ਜਿਹੜੇ ਵੱਡੇ ਜ਼ਿਆਦਾ ਦਿਨ ਸੀ ਉਹ 3-3 ਘੰਟਿਆਂ ਵਿੱਚ ਕਿਉਂ ਬਦਲ ਗਏ? ਫਜ਼ੂਲ ਖਰਚੀ ਕਰਕੇ, ਫਾਲਤੂ ਖਰਚ ਕਰਕੇ। ਕਿਉਂਕਿ ਜੇ ਜ਼ਿਆਦਾ ਦਿਨ ਅਸੀਂ ਫੰਕਸ਼ਨ ਕਰਾਂਗੇ, ਇੰਨੇ ਦਿਨ ਵਿੱਚ ਅਸੀਂ ਦੂਜੇ ਲੋਕਾਂ ਵੱਲ ਦੇਖ ਕੇ ਅਸੀਂ ਉਸੇ ਤਰ੍ਹਾਂ ਕਰਾਂਗੇ ਅਤੇ ਸਾਡਾ ਖਰਚ ਫਾਲਤੂ ਹੋਏਗਾ ਅਤੇ ਘੱਟ ਅਸੀਂ ਕਰ ਨਹੀਂ ਸਕਾਂਗੇ, ਕਿਉਂਕਿ ਲੋਕ ਫਿਰ ਕਹਿਣਗੇ ਵੀ ਇਸਨੇ ਖਰਚ ਨਹੀਂ ਕੀਤਾ। ਇਸ ਕਰਕੇ ਇਹ ਚੀਜ਼ ਫਿਰ ਤਬਦੀਲੀ ਆ ਗਈ। ਉਹ 3 ਘੰਟਿਆਂ ਦੇ ਵਿੱਚ ਹੀ ਸਾਧ ਸੰਗਤ ਜੀ ਸਾਰੀ ਜ਼ਿੰਦਗੀ ਦੀ ਕਮਾਈ ਖਤਮ ਹੋ ਜਾਂਦੀ ਹੈ। ਅਤੇ ਇੱਥੇ 3 ਦਿਨਾਂ ਦੇ ਵਿੱਚ ਵੀ ਬਿਲਕੁਲ ਸਿੰਪਲ, ਜਾਂ ਬਜ਼ੁਰਗਾਂ ਨੂੰ ਪਤਾ ਹੀ ਹੋਏਗਾ ਵੀ ਕੀ ਛਕਦੇ ਹੁੰਦੇ ਸੀ। ਠੀਕ ਹੈ ਜੀ, ਕੁਝ ਆਪਣੇ ਲੂਫਿਆਂ ਦੇ ਰੂਪ ਦੇ ਵਿੱਚ ਕੋਈ ਲੱਡੂ ਕਿਸੇ ਨੇ ਖਾ ਲਿਆ ਜੀ, ਕੋਈ ਜਲੇਬੀਆਂ ਖਾ ਲਈਆਂ, ਕੋਈ ਸ਼ੱਕਰ ਘਿਓ ਖਾ ਲਿਆ, ਇੱਦਾਂ ਦੀਆਂ ਚੀਜ਼ਾਂ ਦੇ ਲੋਕ ਸ਼ੌਕੀਨ ਸੀ। ਕੋਈ ਲੱਸੀ ਪੀ ਲਈ, ਦਹੀਂ ਖਾ ਲਿਆ, ਮੱਖਣ ਖਾ ਲਿਆ। ਸ਼ਰਾਬਾਂ ਥੋੜ੍ਹਾ ਚੱਲਦੀਆਂ ਸਨ ਅਲੱਗ-ਅਲੱਗ ਤਰ੍ਹਾਂ ਦੀਆਂ, 8 ਤਰ੍ਹਾਂ ਦੇ ਮੀਟ ਥੋੜ੍ਹਾ ਚੱਲਦੇ ਸਨ, ਅਤੇ ਆਪੇ ਖਰਚੇ ਤੋਂ ਬਚੇ ਸੀ। ਅਤੇ ਇਹ ਥੋੜ੍ਹਾ ਸੀ ਵੀ ਇੰਨਾ ਸੋਨਾ ਚਾਹੀਦਾ ਵੀ ਸਾਰਿਆਂ ਨੂੰ ਇਕੱਲੇ ਨੂੰ ਬਾਬੇ ਦਾ ਵਿਆਹ। ਮੈਸੇਜ ਵੀ ਬੜੇ ਵਿੱਚੋਂ ਨਿਕਲ ਰਹੇ ਨੇ। ਇਸ ਤਰ੍ਹਾਂ ਦੇ ਗਲਤ ਰੀਤੀ ਰਿਵਾਜ ਬਾਬੇ ਨੇ ਹੋਣ ਹੀ ਨਹੀਂ ਦਿੱਤੇ। ਕਰਜ਼ਾਈ ਨਹੀਂ ਸੀ ਕੋਈ ਹੁੰਦਾ, ਧੀ ਨੂੰ ਚਾਅ ਦੇ ਨਾਲ ਤੋਰਦੇ ਸੀ, ਧੀ ਬੋਝ ਨਹੀਂ ਸੀ ਲੱਗਦੀ। ਅੱਜ ਫਿਕਰ ਹੋ ਜਾਂਦਾ ਜੰਮਦੀ ਦਾ ਹੀ, ਉਸ ਸਮੇਂ ਨਹੀਂ ਸੀ। ਹਾਂ, ਉਹ ਵੱਖਰੀ ਗੱਲ ਹੈ। ਇੱਕ ਵੱਖਰੀ ਜਿਹੜੀ ਚੀਜ਼ ਗਲਤ ਰੀਤ ਜਿਹੜੀ ਚੱਲਦੀ ਹੁੰਦੀ ਸੀ, ਉਹਨਾਂ ਨੂੰ ਵੀ ਗੁਰੂਆਂ ਨੇ ਖਤਮ ਕੀਤਾ। ਪਰ ਵਿਆਹ ਸ਼ਾਦੀ ਕਰਕੇ ਨਹੀਂ ਬੋਝ ਸਮਝਿਆ ਜਾਂਦਾ ਸੀ। ਰਿਵਾਜ, ਰੀਤੀ ਰਿਵਾਜ, ਪਰੰਪਰਾਵਾਂ ਚੰਗੀਆਂ ਹੁੰਦੀਆਂ ਸਨ। ਸੋ ਖੈਰ ਰਹੋ ਵਿਚਾਰ। ਹੁਣ ਗੁਰੂ ਨਾਨਕ ਮਹਾਰਾਜ ਜੀ ਦੇ ਵਿਆਹ ਦਾ ਦਿਨ ਆ ਗਿਆ। ਮਹਾਰਾਜ ਜੀ ਨੇ ਜਦੋਂ ਆਪਣੇ ਵਿਆਹ ਦਾ ਸਮਾਂ ਆਇਆ, ਸਾਰੀ ਬਰਾਦਰੀ ਇਕੱਠੀ ਹੋਈ, ਪੰਡਤ ਪੁਰੋਹਿਤ ਇਕੱਠੇ ਹੋਏ, ਅਤੇ ਬੇਦੀਆਂ ਦੇ ਨਾਲ ਸੰਬੰਧਿਤ ਸਨ ਗੁਰੂ ਨਾਨਕ ਮਹਾਰਾਜ ਜੀ। ਅਤੇ ਖੱਤਰੀਆਂ ਦੇ ਵਿੱਚ, ਹਿੰਦੂਆਂ ਵਿੱਚ, ਬੇਦੀਆਂ ਦੇ ਵਿੱਚ ਰਿਵਾਜ ਹੈ ਜਾਂ ਵੇਦ ਦੀ ਪਰਿਕਰਮਾ ਕੀਤੀ ਜਾਵੇ ਜਾਂ ਬ੍ਰਾਹਮਣ ਦੀ ਪਰਿਕਰਮਾ ਕੀਤੀ ਜਾਵੇ ਅਤੇ ਜਾਂ ਅਗਨੀ ਦੀ ਪਰਿਕਰਮਾ ਕੀਤੀ ਜਾਵੇ।
ਤਾਂ ਜਿਹੜਾ ਵਿਆਹ ਉਹਨੂੰ ਸੰਪੂਰਨ ਮੰਨਿਆ ਜਾਂਦਾ ਸੀ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦੇ ਹਾਂ, ਉਸ ਜ਼ਮਾਨੇ ਵਿੱਚ ਵੇਦਾਂ ਦੀ ਪਰਿਕਰਮਾ ਜਾਂ ਬ੍ਰਾਹਮਣ ਨੂੰ ਬੜਾ ਉੱਚ ਮੰਨਿਆ ਜਾਂਦਾ ਸੀ, ਉਹਦੀ ਪਰਿਕਰਮਾ ਕੀਤੀ ਜਾਏ, ਜਾਂ ਅਗਨੀ ਦੀ ਪਰਿਕਰਮਾ ਕੀਤੀ ਜਾਏ। ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਤੁਸੀਂ ਅਗਨੀ ਦੀ ਪਰਿਕਰਮਾ ਕਰੋ, ਵਿਆਹ ਹੋਊਗਾ। ਮਹਾਰਾਜ ਜੀ ਕਹਿੰਦੇ ਵੀ ਅਸੀਂ ਤਾਂ ਨਹੀਂ ਇਹ ਕਰਨਾ। ਜਦੋਂ ਇਹ ਗੱਲ ਸੁਣੀ ਤੇ ਫਿਰ ਪੰਡਿਤ ਹਰਦਿਆਲ ਕਹਿੰਦਾ, ਮਹਾਰਾਜ ਜੀ ਤੁਹਾਡੇ ਕੌਤਕ ਨੇ, ਚੋਜ ਨੇ, ਜਿੱਦਾਂ ਜਨੇਊ ਵਾਲੇ ਦਿਨ ਸਾਨੂੰ ਤਸੱਲੀ ਕਰਾਈ ਸੀ, ਅੱਜ ਵੀ ਕਰਾ ਦਿਓ, ਦੱਸ ਦਿਓ। ਸੋ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਹੈ, ਗੁਰੂਦੁਆਰੇ ਹਮਾਰਾ ਵਿਆਹ ਹੋਆ। ਮਤਲਬ 351 ਅੰਗ ਦੇ ਉੱਪਰ ਇਹ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਦਾ। ਕਹਿੰਦੇ ਗੁਰੂ ਮਹਾਰਾਜ ਜੀ ਨੇ ਇੱਕ ਇਹ ਕਲਮ ਮੰਗਾਈ, ਸਿਆਹੀ ਮੰਗਾਈ, ਲਿਖਣ ਵਾਸਤੇ ਕਾਗਜ਼ ਮੰਗਾਇਆ, ਉਹਦੇ ਉੱਤੇ ਮਹਾਰਾਜ ਜੀ ਨੇ ਸ਼ਬਦ ਲਿਖਿਆ। ਸ਼ਬਦ ਦੇ ਦੁਆਰੇ ਕਹਿੰਦੇ ਨੇ ਉਹਨਾਂ ਨੇ ਪਰਿਕਰਮਾ ਕੀਤੀਆਂ। ਇੱਕ ਪੀੜ੍ਹੀ 'ਤੇ ਤਖਤੀ ਕਹਿ ਲਓ, ਕੋਈ ਲੱਕੜ ਦੀ ਬਣਾ ਕੇ ਉਹ ਪੀੜ੍ਹੀ ਜੀ ਰੱਖ ਕੇ ਉਹਦੇ ਉੱਤੇ ਸ਼ਬਦ ਲਿਖ ਕੇ, ਔਰ ਜੋ ਇਤਿਹਾਸ ਵਿੱਚ ਸੁਣਨ ਨੂੰ ਆਉਂਦਾ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮਹਾਰਾਜ ਜੀ ਕਹਿੰਦੇ ਅਸੀਂ ਗੁਰਮਤ ਦੇ ਉਲਟ ਨਹੀਂ ਕੁਛ ਕਰ ਸਕਦੇ, ਅਸੀਂ ਸ਼ਬਦ ਨੂੰ ਮਹਾਨ ਮੰਨਦੇ ਹਾਂ, ਔਰ ਜੋ ਸ਼ਬਦ ਸਾਨੂੰ ਨਿਰੰਕਾਰ ਨੇ ਬਖਸ਼ਿਸ਼ ਕੀਤਾ, ਅਸੀਂ ਸ਼ਬਦ ਦੀ ਪਰਿਕਰਮਾ ਕਰਾਂਗੇ। ਤੇ ਕਹਿੰਦੇ ਨੇ ਗੁਰੂ ਨਾਨਕ ਮਹਾਰਾਜ ਜੀ ਨੇ ਸ਼ਬਦ ਦੀ ਪਰਿਕਰਮਾ ਕੀਤੀ, ਮਤਲਬ ਸ਼ਬਦ ਦੇ ਦੁਆਰੇ ਹੀ, ਆਲੇ ਦੁਆਲੇ ਹੀ ਮਹਾਰਾਜ ਜੀ ਨੇ ਲਾਵਾਂ ਲਈਆਂ ਜਾਂ ਫੇਰੇ ਕੀਤੇ। ਸੋ ਗੁਰੂ ਨਾਨਕ ਮਹਾਰਾਜ ਜੀ ਦੇ ਸਮਾਂ ਯਾਦ ਨਹੀਂ ਦਿੰਦਾ, ਉਹਨਾਂ ਦਾ ਵਿਆਹ ਹੋ ਗਿਆ, ਲਾਵਾਂ ਹੋ ਗਈਆਂ, ਬੜੀਆਂ ਖੁਸ਼ੀਆਂ ਦੇ ਨਾਲ ਵਿਦਾ ਕੀਤਾ ਗਿਆ ਬਰਾਤ ਨੂੰ। ਮੂਲ ਚੰਦ ਜੀ ਨੇ ਆਪਣੀ ਧੀ ਸੋਹਣੀ ਨੂੰ, ਸੁਲੱਖਣੀ ਨੂੰ ਹੱਥ ਜੋੜ ਕੇ ਬੜੇ ਹੀ ਨਿਮਰਤਾ ਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਤੋਰ ਦਿੱਤਾ। ਤੇ ਬਰਾਤ ਉਸੇ ਤਰ੍ਹਾਂ ਹੀ ਜਿਵੇਂ ਰਾਹ ਦੇ ਵਿੱਚ ਸਟੇ ਕਰਦੀ ਗਈ ਸੀ, ਉਸੇ ਤਰ੍ਹਾਂ ਹੀ ਮੁੜ ਸੁਲਤਾਨਪੁਰ ਪਹੁੰਚੀ। ਔਰ ਫਿਰ ਸੁਲਤਾਨਪੁਰ ਤੋਂ ਜੇ 1 ਮਹੀਨੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਉਹਨਾਂ ਦੇ ਜਿਹੜੇ ਘਰ ਦੇ ਸਨ, ਮਾਤਾ ਸੁਲੱਖਣੀ ਸੀ ਉਹਨਾਂ ਦੇ ਨਾਲ, ਕਿਉਂਕਿ ਰਹਿੰਦੇ ਉੱਥੇ ਸਨ ਸੁਲਤਾਨਪੁਰ, ਅਤੇ ਉੱਥੇ ਉਹਨਾਂ ਦਾ ਜੀਅ ਲੱਗ ਚੁੱਕਾ ਸੀ, ਪਿੰਡ ਨਹੀਂ ਰਹਿੰਦੇ ਸੀ ਬਹੁਤੇ। ਪਰ 1-1.5 ਮਹੀਨੇ ਵਾਸਤੇ ਫਿਰ ਬੇਨਤੀ ਕੀਤੀ ਗਈ ਵੀ ਘਰ ਭੇਜੋ, ਆਪਾਂ ਸ਼ਗਨ ਵਿਹਾਰ ਵੀ ਕਰਨੇ ਨੇ। ਅਤੇ ਫਿਰ ਪਿੰਡ ਵਿੱਚ ਗੁਰੂ ਨਾਨਕ ਮਹਾਰਾਜ ਜੀ ਫਿਰ 1-1.5 ਮਹੀਨਾ ਪਿੰਡ ਆਏ, ਅਤੇ ਮਾਤਾ ਸੁਲੱਖਣੀ ਜੀ ਦੇ ਨਾਲ ਉੱਥੇ ਹੀ ਬਹੁਤ ਸ਼ਗਨ ਵਿਹਾਰ ਕੀਤੇ ਗਏ। ਆਇਆਂ ਗਿਆਂ ਨੂੰ ਰੱਜ ਕੇ ਪਦਾਰਥ ਵੰਡੇ ਗਏ, ਸੋ ਮਠਿਆਈਆਂ ਵੰਡੀਆਂ ਗਈਆਂ, ਸ਼ਗਨ ਕੀਤੇ ਗਏ, ਸਭ ਨੂੰ ਝੋਲੀਆਂ ਭਰ ਭਰ ਘਰੋਂ ਤੋਰਿਆ ਗਿਆ। ਅਤੇ ਫਿਰ ਮਹੀਨੇ ਦੇ ਲਗਭਗ ਬਾਅਦ ਮਹਾਰਾਜ ਜੀ ਮੁੜ ਸੁਲਤਾਨਪੁਰ ਆ ਗਏ। ਫਿਰ ਸੁਲਤਾਨਪੁਰ ਆ ਕੇ ਹੀ ਉਹਨਾਂ ਦਾ ਗ੍ਰਸਤ ਮਾਰਗ ਜਾਂ ਗ੍ਰਸਤ ਜੀਵਨ ਆਰੰਭ ਹੋਇਆ। ਅਤੇ ਬੇਬੇ ਨਾਨਕੀ ਦੇ ਉੱਥੇ ਹੀ ਵੀਰ ਘਰ ਭੈਣ ਦੇ ਰਹਿ ਕੇ ਉੱਥੇ ਹੀ ਉਹਨਾਂ ਦੇ ਬੱਚੇ ਪੈਦਾ ਹੋਏ। ਧੰਨ ਧੰਨ ਮਹਾਨ ਤਪਸਵੀ ਉਦਾਸੀਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ, ਬਾਬਾ ਲਖਮੀ ਦਾਸ ਜੀ ਮਹਾਰਾਜ, ਉਹ ਉਹਨਾਂ ਦੇ ਸੁਪੁੱਤਰ ਪੈਦਾ ਹੋਏ। ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜਿਨ੍ਹਾਂ ਦਾ ਪਰਸੋਂ ਜਨਮ ਦਿਨ, ਮਤਲਬ 5 ਤਰੀਕ ਪ੍ਰਕਾਸ਼ ਦਿਹਾੜਾ ਵੀ ਆ ਰਿਹਾ। ਸੋ ਗੁਰੂ ਮਹਾਰਾਜ ਮਿਹਰ ਕਰਨ। ਸੋ ਗੁਰੂ ਨਾਨਕ ਮਹਾਰਾਜ ਜੀ ਦੇ ਜਿਹੜੇ ਸੁਪੁੱਤਰ ਸਨ ਉਹ ਆਮ ਨਹੀਂ ਸਨ, ਬਹੁਤ 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 ਸ਼ਕਤੀਆਂ ਦੇ ਮਾਲਕ ਸਨ। ਅਤੇ ਉਹਨਾਂ ਦੀ ਸੰਪਰਦਾ ਜਿਹੜੀ ਸੀ ਉਹ, ਜਾਂ ਉਹਨਾਂ ਦਾ ਮਤ ਸੀ ਉਹ ਉਦਾਸੀ ਮਤ ਸੀ। ਅਤੇ ਇਹ ਵੀ ਆਪ ਹੀ ਮਾਲਕ ਨੇ ਕਿਰਪਾ ਕਰਕੇ ਬਚਨ ਕੀਤੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ। ਜਿੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਆਪਣਾ ਪੰਥ ਚਲਾਇਆ, ਉੱਥੇ ਉਹਨਾਂ ਨੇ ਆਪਣੇ ਬੇਟੇ ਨੂੰ ਵੀ ਅਸੀਸਾਂ ਦਿੱਤੀਆਂ ਸਨ। ਔਰ ਸੁਲੱਖਣੀ ਦੇ ਕਹਿਣ 'ਤੇ ਮਹਾਰਾਜ ਜੀ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਸਨ ਬਾਬਾ ਸ਼੍ਰੀ ਚੰਦਰ ਜੀ 'ਤੇ, ਕਿਉਂਕਿ ਜਦੋਂ ਗੁਰਗੱਦੀ ਜਿਹੜੀ ਸੀ ਉਹ ਭਾਈ ਲਹਿਣਾ ਜੀ ਨੂੰ ਦੇ ਦਿੱਤੀ, ਮਾਂ ਨੂੰ ਹੁੰਦਾ ਹੀ ਹੈ ਵੀ ਸਾਡੇ ਪੁੱਤਰ ਇੰਨੇ ਸਿਆਣੇ, ਮਤਲਬ ਤਪਸਵੀ, ਮਹਾਨ, ਬੰਦਗੀ ਵਾਲੇ, ਭਜਨ ਵਾਲੇ। ਮਹਾਰਾਜ ਜੀ ਕਹਿੰਦੇ ਫਿਕਰ ਨਹੀਂ ਕਰਨਾ, ਫਿਕਰ ਨਹੀਂ ਕਰਨਾ। ਇਹ ਜਿਹੜੇ ਤੇਰੇ ਪੁੱਤਰ ਨੇ, ਇਹਨਾਂ ਦੇ ਲੋਕ ਦਰਸ਼ਨ ਕਰਨ ਨੂੰ ਤਰਸਿਆ ਗਈ। ਇਹਨਾਂ ਦੇ ਦਰਬਾਰ ਦੇ ਵਿੱਚ ਜਿਹੜੇ ਪੰਛੀ ਹੋਣਗੇ ਨਾ, ਕੁੱਕਰ ਵੀ ਹੋਣਗੇ, ਉਹ ਵੀ ਕਰਾਮਾਤੀ ਹੋਣਗੇ, ਤੂੰ ਘਬਰਾਈ ਨਾ, ਇਹਨਾਂ ਦਾ ਵੀ ਪੰਥ ਚੱਲੇਗਾ। ਸੋ ਗੁਰੂ ਨਾਨਕ ਮਹਾਰਾਜ ਜੀ ਦੇ ਜਿਹੜਾ ਸਨਮੁਖ ਹੋ ਗਿਆ ਨਾ, ਉਹਦੀਆਂ ਕੁਲਾਂ ਤਰ ਗਈਆਂ। ਜਿਹੜੇ ਗੁਰੂ ਨਾਨਕ ਮਹਾਰਾਜ ਦੇ ਸੁਪੁੱਤਰ ਸਨ, ਅੱਜ ਕੱਲ੍ਹ ਜਿਹੜੇ ਅਗਿਆਨੀ ਲੋਕ ਆ ਗੁਰੂ ਨਾਨਕ ਮਹਾਰਾਜ ਜੀ ਦੇ ਪੁੱਤਰਾਂ 'ਤੇ ਕਈ ਵਾਰ ਉਂਗਲ ਵੀ ਕਰ ਦਿੰਦੇ ਹਨ। ਉਹਨਾਂ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਗੱਲ ਨਹੀਂ ਮੰਨੀ,
फिर तो असीं बाबा बुढ़ा जी दे भी उंगल कर सकते हाँ। होर किन्ने सिख सन गुरु महाराज जी दे, तो उन्होंने सारिਆਂ ਨੂੰ थोड़ो गुरगद्दी मिली। असीं आम कह दिंदे हाँ भी पुत्तरां नूं गुरगद्दी तां नहीं दित्ती भी उन्होंने उन्हां दी आग्या नहीं मन्नी। किड्डा वड्डा गुनाह करदे हाँ असीं। उस वेले होर तुसीं सिख जित्ता रंधावा वर्गे होर बड़े सन। महाराज जी नाल ते मरदाना जी किन्ना चिर रहे, 50-52 साल, कि वो जोग नहीं सन? बाबा बुढ़ा जी जोग नहीं सन? जिन्हां नूं जिहड़ी जिहड़ी ड्यूटी देनी है ਉਹੀ ड्यूटी देनी है। महाराज जी नूं पता भी ये पुੱਤ ਨੂੰ मैं कित्थे रखना, इनू कित्थे भेजना, बाबे बुढ़े नूं कित्थे भेजना, है गुरु नानक महाराज नूं सारा पता। इस करके कभी भी सानू गुरु नानक साहब जी के सपुत्रों से उंगल नहीं करनी चाहिए। वो जो मत है, क्योंकि जदों साडे शहीदियाँ हुई सन ना, सिखां दे सिरां दे मुल पै गए सी। ये जिहड़ा उदासी मत है, इन्हां ने ही साडे श्री गुरु ग्रंथ साहिब महाराज जी नूं सेवा संभाल ते गुरुद्वारियां दी सेवा संभाल इन्हां ने ही कीती सी बहुत सਮਾं तक। क्योंकि सिखां नूं जिहड़ा है वो फड़ के मार दिता जांदा सी, ते बहुत समां इन्हां उदासियां ने ही जिहड़े बाबा गुरदित्ता जी दी वंश अगे चली है ना, झोली दे विच पाया सी गुरु हरगोबिंद महाराज जी ने। तो गुरु पातशाह ने वचन किया सी, तो महाराज जी ने बाबा श्री चंद जी ने वचन किया गुरु हरगोबिंद महाराज जी नूं सानू अपने पुत्र दी एक पुत्र सानू चाहिए है। तो उन्होंने फिर बाबा गुरदित्ता जी नूं दे दिता सी। उन्हां तो ही अगे फिर उन्हां दा सारा जो पंथ सी वो चलिया। इतिहास बहुत लंबा है। सो कहने का भाव भी गुरु नानक महाराज जी की कुल, गुरु नानक महाराज जी का परिवार सारा ही धनता दे योग है। असी उन्हां नूं याद करते हाँ और अपना प्रेम भेटा के रूप दे विच अर्पण करते हैं। गुरु नानक महाराज जी मेहर करनी, सब नूं खुशियां दिओ, सब दा भला करो। असी खिन खिन भुलनहार हाँ। साडे एक एक औगन नूं महाराज जी आप जी ने बख्श लेना। सदबख्शिंद सदा मेहरबाना सबना दे आधारी, नानक दास संत पाछे परियो राख लियो बारी। सानू महाराज जी महंगी दात दे देनी, ए गुण गावां दिन रात नानक चावे हो, विसर नाही दातार अपना नाम दियो। जो मर्जी हो जाए आप जी की याद ना विसरे, आप जी की सेवा ना विसरे, आप जी दे नाल गल्लां करनियां ना मुक्कण, इदां दी असीस देनी सेवा ना मुके, ये चलदी रहे। यही अरदास है। देहो सज्जन असीसड़ियाँ जो होवे सहब सो मेल। गुरु नानक महाराज जी दे विआह पुरब दी सब नूं लख लख वधाई जी। वाहिगुरू जी का खालसा, वाहिगुरू जी की फतेह।